ਪੰਜਾਬ ਦਾ ਮਸ਼ਹੂਰ ਪੁਰਾਤਨ ਧਾਰਮਿਕ ਸਥਾਨ ਪਲਾੜਾ। ਆਓ ਤੁਹਾਨੂੰ ਇਸ ਦਾ ਦਿਖਾਵਾਂਗੇ, ਇਸ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਹਜ਼ਾਰਾਂ ਸਾਲ ਪੁਰਾਣੀ ਇਹ ਇਤਿਹਾਸਕ ਧਾਰਮਿਕ ਸਥਾਨ ਹੈ, ਵਿਰਾਸਤ ਹੈ ਪੰਜਾਬ ਦੀ। ਔਰ ਇਹ ਪੰਜਾਬ ਦੇ ਪ੍ਰਮੁੱਖ ਮੇਲਿਆਂ ਵਾਲੇ ਸਥਾਨ ਦੇ ਵਿੱਚੋਂ ਹੈ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸਥਾਨ ਕਿਸੇ ਵਕਤ ਪਾਂਡਵਾਂ ਦੇ ਰਿਹਾਇਸ਼ਗਾਹ ਹੋਇਆ ਕਰਦਾ ਸੀ। ਪਾਂਡਵਾਂ ਨੇ ਆਪਣੇ ਜੋ ਉਹਨਾਂ ਦਾ ਬਨਵਾਸ ਮਿਲਿਆ ਸੀਗਾ ਕੌਰਵਾਂ ਦੇ ਵੱਲੋਂ, ਉਹਨਾਂ ਨੇ ਆਪਣੇ ਉਸ ਬਨਵਾਸ ਦਾ ਆਖਰੀ ਸਾਲ ਕਹਿੰਦੇ ਨੇ ਇਸ ਸਥਾਨ ਦੇ ਉੱਤੇ ਕੱਟਿਆ ਸੀਗਾ। ਇਹ ਮਾਲਵੇ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ, ਪੁਰਾਤਨ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਸਥਾਨ ਕਿਸੇ ਟਾਈਮ ਵਿਰਾਟ ਰਾਜੇ ਦੀ ਇਹ ਸਲਤਨਤ ਹੋਇਆ ਕਰਦਾ ਸੀ। ਇਸ ਦਾ ਜੋ ਵਰਤਮਾਨ ਇਲਾਕਾ ਹੈ ਇਹ ਪਿੰਡ ਜੋਗਾ, ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ। ਜੋਗਾ ਤੋਂ 2 ਕਿਲੋਮੀਟਰ ਦੂਰ ਇਸ ਸਥਾਨ ਦੇ ਲਗਭਗ 28-30 ਕਿੱਲਿਆਂ ਦੇ ਵਿੱਚ ਇੱਕ ਜੰਗਲ ਹੈ, ਇੱਕ ਬਨਵਾਸ ਹੈ, ਜਿਸ ਦੇ ਵਿੱਚ ਹਜ਼ਾਰਾਂ ਸਾਲ ਪੁਰਾਣੇ ਦਰਖਤ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਇਸ ਸਥਾਨ ਦੇ ਉੱਤੇ ਅੱਜ ਵੀ ਪੰਜਾਬ ਦੇ ਜਾਂ ਇਸ ਇਲਾਕੇ ਦੇ ਹਜ਼ਾਰਾਂ ਲੋਕ ਹਰ ਸਾਲ ਮੇਲੇ ਦੇ ਰੂਪ ਵਿੱਚ ਇੱਥੇ ਇਸ ਨੂੰ ਮਨਾਉਂਦੇ ਨੇ, ਜਿਹੜਾ ਕਿ ਚੇਤ ਮਹੀਨੇ ਦੀ 14 ਨੂੰ ਉਹ ਦਿਨ ਮਨਾਇਆ ਜਾਂਦਾ। 3 ਦਿਨ ਮੇਲਾ ਲੱਗਦਾ ਹੈਗਾ। ਸਥਾਨ ਦੇ ਉੱਤੇ ਪਾਂਡਵਾਂ ਦੀ ਹਜ਼ਾਰਾਂ ਸਾਲ ਪੁਰਾਣੇ ਦਰਖਤ ਦਿਖਾਈਏ, ਜਿਨ੍ਹਾਂ ਨੂੰ ਜੰਡ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹੈ। ਸਾਗਵਾਨ ਦੇ ਦਰਖਤ ਤੱਕ ਵੀ ਇੱਥੇ ਹਨ, ਪਰ ਤੁਹਾਨੂੰ ਪੁਰਾਤਨ ਜੰਡ ਦੇ ਦਰਖਤ ਦਿਖਾਉਂਦੇ ਆ, ਜਾਂ ਪੁਰਾਤਨ ਕਿੱਕਰਾਂ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਇੱਥੇ ਜਿਹੜੇ ਕਿ ਪੰਜਾਬ ਦੇ ਆਮ ਵਾਤਾਵਰਣ ਵਿੱਚ ਨਹੀਂ ਮਿਲਦੇ, ਉਹ ਇਸ ਸਥਾਨ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲਣਗੇ। ਅੱਜ ਬਾਰਿਸ਼ ਹੋ ਰਹੀ ਹੈ, ਬਾਰਿਸ਼ ਦੇ ਵਿੱਚ ਵੀ ਹਰੇ ਵਾਈ ਚਮਕ ਰਹੀ ਹੈ ਇਸ ਰੁੱਤ ਦੇ ਵਿੱਚ। ਅਤੇ ਆਹ ਪੁਰਾਤਨ ਜੰਡ ਹੈ ਜਿਹੜਾ ਕਿ ਇਸ ਟਾਈਮ ਪੂਰਾ ਹਰਾ ਭਰਾ ਹੈ। ਕਦੀ ਇਹ ਸੁੱਕ ਜਾਂਦੇ ਨੇਗੇ ਪਰ ਫਿਰ ਹਰੇ ਹੁੰਦੇ ਨੇ ਮੌਸਮ ਦੇ ਹਿਸਾਬ ਦੇ ਨਾਲ, ਔਰ ਇਹ ਹਜ਼ਾਰਾਂ ਸਾਲ ਪੁਰਾਣੇ ਨੇ। ਇਸ 28 ਕਿੱਲਿਆਂ ਦੇ ਜੰਗਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਰਾਤਨ ਦਰਖਤ ਦਿਖਾਈ ਦੇ ਰਹੇ ਨੇਗੇ। ਜਿਸ ਤਰ੍ਹਾਂ ਕਿਸੇ ਆਪਾਂ ਪਹਾੜੀ ਏਰੀਏ ਦੇ ਉੱਤੇ ਆ ਗਏ ਹੁੰਦੇ ਆ, ਉਸ ਤਰ੍ਹਾਂ ਇਸ ਮਾਲਵੇ ਦੇ ਇਸ ਇਲਾਕੇ ਦੇ ਵਿੱਚ, ਜਿੱਥੇ ਵਰਤਮਾਨ ਸਮੇਂ ਤੁਹਾਨੂੰ ਕਿਤੇ ਦਰਖਤ ਬਹੁਤ ਹੀ ਘੱਟ ਦਿਖਾਈ ਦਿੰਦੇ ਹਨ, ਪਰ ਇਹ 28-30 ਏਕੜ ਦਾ ਏਰੀਆ ਪੁਰਾਤਨ ਇਸ ਇਲਾਕੇ ਦੇ ਵਿੱਚ ਧਾਰਮਿਕ ਸਥਾਨ ਹੋਣ ਕਾਰਨ ਬਚਿਆ ਹੋਇਆ, ਜਿੱਥੋਂ ਕਿ ਲੋਕ ਕੋਈ ਦਰਖਤ ਵੱਢਣਾ ਵੀ ਗੁਨਾਹ ਸਮਝਦੇ ਹਨ। ਔਰ ਇਸੇ ਕਾਰਨ ਇੱਥੇ ਇਹ ਪੁਰਾਤਨ ਦਰਖਤ ਧਾਰਮਿਕ ਸ਼ਰਧਾ ਕਾਰਨ ਬਚੇ ਹੋਏ ਹਨ। ਔਰ ਇਹ ਦਰਖਤ ਬਹੁਤੇ ਆਪਣੇ ਆਪ ਉੱਗੇ ਹਨ, ਔਰ ਇਹਨਾਂ ਨੂੰ ਦੇਖ ਕੇ ਮਨੁੱਖੀ ਮਨ ਨੂੰ ਇੱਕ ਤਸਕੀਨ, ਇੱਕ ਸ਼ਾਂਤੀ ਮਿਲਦੀ ਹੈ। ਇਸ ਸਥਾਨ ਦੇ ਉੱਤੇ ਆਹ ਕੁਝ ਥਾਂ ਜਿਹੜਾ ਇਲਾਕੇ ਦੇ ਨੌਜਵਾਨਾਂ ਵੱਲੋਂ ਖੇਡਣ ਦੇ ਲਈ ਵਰਤਿਆ ਜਾਂਦਾ ਹੈ, ਟ੍ਰੇਨਿੰਗ ਦੀ ਸਿੱਖਿਆ ਲੈਣ ਲਈ ਵਰਤਿਆ ਜਾਂਦਾ। ਜਿਸ ਤਰ੍ਹਾਂ ਪੁਲਿਸ ਜਾਂ ਫੌਜ ਦੇ ਵਿੱਚ ਕੋਈ ਭਰਤੀ ਹੁੰਦੀ ਹੈ ਅਤੇ ਜਾਂ ਕਦੇ ਇਲਾਕੇ ਦਾ ਕੋਈ ਟੂਰਨਾਮੈਂਟ ਹੁੰਦਾ, ਤਾਂ ਇਹ ਥੋੜ੍ਹਾ ਜਿਹਾ ਥਾਂ ਇੱਥੇ ਤਿਆਰ ਕੀਤਾ ਗਿਆ ਨੌਜਵਾਨਾਂ ਵੱਲੋਂ ਇਸ ਜੰਗਲ ਦੇ ਵਿੱਚੋਂ ਕੁਝ ਦਰਖਤਾਂ ਨੂੰ ਕੱਟ ਕੇ, ਜਿੱਥੇ ਉਹ ਵਿਹਲੇ ਸਮੇਂ ਸਿਖਲਾਈ ਲੈਂਦੇ ਨੇਗੇ, ਜਾਂ ਕੋਈ ਇਲਾਕੇ ਦਾ ਹੋਰ ਟ੍ਰੇਨਰ ਵੀ ਆ ਕੇ ਇੱਥੇ ਸਿਖਲਾਈ ਦਿੰਦਾ ਬੱਚਿਆਂ ਨੂੰ ਨੌਕਰੀਆਂ ਦੇ ਵਾਸਤੇ ਇਸ ਥਾਂ ਦੇ ਉੱਤੇ, ਔਰ ਇਹ ਖੇਡਣ ਵਾਸਤੇ ਵਰਤਿਆ ਜਾਂਦਾ ਹੈ। ਅਤੇ ਇਹ ਚਾਰ ਚੁਫੇਰਾ ਤੁਸੀਂ ਇਸ ਇਲਾਕੇ ਦਾ ਦੇਖੋਗੇ, ਜਿਸ ਤਰ੍ਹਾਂ ਹਰਿਆ ਭਰਿਆ। 2 ਤਲਾਅ ਮੌਜੂਦ ਨੇ, ਹਾਲਾਂਕਿ ਪੁਰਾਤਨ ਤਲਾਅ ਇੱਕੋ ਹੀ ਹੈ। ਅਤੇ ਇਹ ਤਲਾਅ ਸੰਤ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਨੇ ਇੱਕ ਵਾਰ ਕਾਰ ਸੇਵਾ ਸ਼ੁਰੂ ਕੀਤੀ ਸੀ ਇੱਥੇ, ਉਹਨਾਂ ਨੇ ਬਣਵਾਇਆ ਸੀ, ਪਰ ਬਾਅਦ ਦੇ ਵਿੱਚ ਉਹ ਇੱਥੋਂ ਚਲੇ ਗਏ। ਅਤੇ ਇੱਥੇ ਪੁਰਾਤਨ ਤਲਾਅ ਵੀ ਮੌਜੂਦ ਹੈ। ਅਸਲ ਦੇ ਵਿੱਚ ਜਿੱਥੇ ਲੋਕਾਂ ਦੀ ਸ਼ਰਧਾ ਜ਼ਿਆਦਾ ਹੈ ਉਹ ਪੁਰਾਤਨ ਤਲਾਅ ਹੀ ਹੈ, ਅਤੇ ਜੋ ਕਿ ਜ਼ਮੀਨ ਦੇ ਨਾਲੋਂ ਨੀਵੇਂ ਥਾਂ 'ਤੇ ਬਣਿਆ ਹੋਇਆ ਹੈ। ਪਰ ਇਹ ਮਾਡਰਨ ਤਲਾਅ ਸੀ, ਇਹ ਆਧੁਨਿਕ ਮਾਡਰਨ ਤਲਾਅ ਬਣਾਇਆ ਗਿਆ ਸੀ, ਜਿਸ ਦੇ ਵਿੱਚ ਕੋਈ ਜ਼ਿਆਦਾ ਡੂੰਘਾ ਨਹੀਂ ਰੱਖਿਆ ਗਿਆ ਸੀਗਾ, ਔਰ ਪਾਣੀ ਨਿਕਾਸ ਇਸ ਦਾ
ਕਿ ਬਦਲਿਆ ਜਾ ਸਕੇ, ਉੱਚਾ ਥਾਂ ਬਣਾ ਕੇ ਉਸ ਨੂੰ ਪਾਣੀ ਨਿਕਲਣ ਦਾ ਪ੍ਰਬੰਧ ਸੀ। ਪਰ ਦੂਸਰਾ ਤਲਾਅ ਜੋ ਪੁਰਾਤਨ ਹੈ ਉਹ ਨੀਵਾਂ ਬਣਾਇਆ ਗਿਆ। ਇਹ ਕੋਈ 200-300 ਸਾਲ ਪਹਿਲਾਂ ਜਾਂ ਉਸ ਤੋਂ ਵੀ ਸ਼ਾਇਦ ਪਹਿਲਾਂ ਦਾ ਬਣਿਆ ਹੋਊਗਾ, ਅਤੇ ਜਿਸ ਦੇ ਬਾਰੇ ਪੂਰੀ ਸਹੀ ਜਾਣਕਾਰੀ ਨਹੀਂ ਮਿਲਦੀ, ਕਿਉਂਕਿ ਜਦੋਂ ਹੀ ਇੱਥੇ ਕੋਈ ਸਾਧ ਸੰਤ ਆਏ ਉਹਨਾਂ ਨੇ ਇੱਥੇ ਸੇਵਾ ਕਰਵਾਈ, ਜਿਨ੍ਹਾਂ ਦੇ ਵਿੱਚ ਸੰਤ ਪ੍ਰਕਾਸ਼ ਚੰਦ ਜੋਗਾ ਪਿੰਡ ਤੋਂ ਸਨ। ਉਹਨਾਂ ਨੇ ਇੱਥੇ ਬੜੀ ਵੱਡੀ ਸੇਵਾ ਕਰਵਾਈ। ਪੁਰਾਤਨ ਇਮਾਰਤਾਂ ਸਨ ਇੱਥੇ ਜੋ ਕੱਚੀਆਂ ਸਨ, ਪਰ ਇਸ ਵਕਤ ਉਹ ਮੌਜੂਦ ਨਹੀਂ, ਜੋ 50 ਸਾਲ ਪਹਿਲਾਂ ਇੱਥੇ ਦਿਖਾਈ ਦਿੰਦੀਆਂ ਹੁੰਦੀਆਂ ਸਨ। ਅਤੇ ਪਰ ਉਸ ਸੰਤ ਨੇ ਇੱਥੇ, ਸੰਤ ਪ੍ਰਕਾਸ਼ ਚੰਦ ਜੀ ਨੇ ਇੱਥੇ ਬਹੁਤ ਸਾਰੀਆਂ ਇਮਾਰਤਾਂ ਬਣਵਾਈਆਂ ਸਨ। ਅਤੇ ਪਰ ਹੁਣ ਉਹਨਾਂ ਦੀ ਇਸ ਮਾਡਰਨ ਤਲਾਅ ਦੇ ਵਿੱਚ ਲੇਡੀਜ਼ ਵਾਸਤੇ ਵੱਖਰਾ ਪੋਰਸ਼ਨ ਬਣਾਇਆ ਗਿਆ ਸੀ ਸੰਤ ਦਲੇਰ ਸਿੰਘ ਵੱਲੋਂ। ਔਰ ਜੋ ਚਾਰ ਚੁਫੇਰੇ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਹੋਗੇ, ਜਿਸ ਦੇ ਵਿੱਚ ਇੱਥੇ ਬੜਾ ਭਾਰੀ ਜੰਗਲ ਹੈਗਾ, ਜਿਸ ਦੇ ਵਿੱਚ ਇਸ ਏਰੀਏ ਦੇ ਵਿੱਚ ਅੰਦਰ ਵੀ ਜਾਇਆ ਨਹੀਂ ਜਾ ਸਕਦਾ। ਅਤੇ ਕੁਦਰਤੀ ਵਾਤਾਵਰਨ, ਤੁਹਾਨੂੰ ਕੁਦਰਤੀ ਮਹਿਕ ਇੱਥੇ ਆਉਂਦੀ ਹੈਗੀ। ਇਹਨਾਂ ਦਰੱਖਤਾਂ ਦੇ ਵਿੱਚ ਖੜ੍ਹ ਕੇ ਮਨੁੱਖ ਦੇ ਮਨ ਨੂੰ ਬਹੁਤ ਸਾਰੀ ਸ਼ਾਂਤੀ ਮਿਲਦੀ ਹੈਗੀ, ਜੋ ਵਰਤਮਾਨ ਸਮੇਂ ਦੇ ਵਿੱਚ ਅਸੰਭਵ ਹੈ ਕਿਸੇ ਥਾਂ ਦੇ ਉੱਤੇ। ਇਸ ਥਾਂ ਦਾ ਵਾਤਾਵਰਨ ਆਮ ਨਾਲੋਂ ਠੰਡਾ ਰਹਿੰਦਾ ਹੈਗਾ, ਕਿਉਂਕਿ ਇੱਥੇ ਇੰਨੇ ਜ਼ਿਆਦਾ ਦਰੱਖਤ ਹਨ ਜਿਨ੍ਹਾਂ ਦੀ ਛਾਂ, ਜਿਨ੍ਹਾਂ ਦੀ ਆਕਸੀਜਨ ਨਾਲ ਭਰੀ ਹੋਈ ਹੈ ਆਬੋ ਹਵਾ ਮਨੁੱਖੀ ਮਨ ਨੂੰ ਸਕੂਨ ਦਿੰਦੀ ਹੈ। ਔਰ ਇਹ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਝੁੰਡ ਹੈ ਦਰੱਖਤਾਂ ਦਾ, ਜਦੋਂ ਕਿ ਆਸੇ-ਪਾਸੇ ਦੇ ਏਰੀਏ ਦੇ ਵਿੱਚ ਤੁਹਾਨੂੰ ਦਰੱਖਤ ਬਹੁਤ ਹੀ ਘੱਟ ਮਿਲਣਗੇ। ਆਓ ਤੁਹਾਨੂੰ ਇਸ ਪੁਰਾਤਨ ਤਲਾਅ ਨੂੰ ਦਿਖਾਈਏ। ਇਹ ਹੈ ਜਿਹੜਾ ਹਜ਼ਾਰਾਂ ਸਾਲ ਜਾਂ ਸੈਂਕੜੇ ਸਾਲ ਪਹਿਲਾਂ ਇਹ ਤਲਾਅ ਬਣਿਆ ਹੋਇਆ ਗਾ। ਭਾਵੇਂ ਜੋ ਜਗ੍ਹਾ ਹੈਗੀ ਇਹ ਹਜ਼ਾਰਾਂ ਸਾਲ ਪੁਰਾਣੀ ਇਤਿਹਾਸਕ ਵਿਰਸੇ ਨਾਲ ਸੰਬੰਧਿਤ ਹੈ, ਪਾਂਡਵਾਂ ਦੇ ਨਾਲ। ਔਰ ਇਹ ਤਲਾਅ ਹੈ ਪੁਰਾਣਾ ਜੋ ਬਣਿਆ ਹੋਇਆ ਹੈਗਾ, ਪਰ ਇਸ ਦੀ ਕਾਰ ਸੇਵਾ ਪਿੱਛੇ 20 ਸਾਲ ਪਹਿਲਾਂ ਦੁਬਾਰਾ ਕੀਤੀ ਗਈ ਸੀ, ਜਿਸ ਦੀਆਂ ਪੌੜੀਆਂ ਵਗੈਰਾ ਜੋ ਸਭ ਦੁਬਾਰਾ ਬਣਾਏ ਗਏ ਸਨ। ਅਤੇ ਇਹ ਇਸ ਦੇ ਨਾਲ ਜੋ ਤੁਸੀਂ ਦੇਖ ਰਹੇ ਹੋ ਦੂਸਰਾ ਪਾਸਾ, ਜਿੱਥੇ ਗੁਰਦੁਆਰਾ ਸਾਹਿਬ, ਗੁਰੂ ਕਾ ਲੰਗਰ, ਔਰ ਉੱਪਰ ਗੁਰੂ ਨਾਨਕ ਦੇਵ ਦੇ ਪੁੱਤਰ ਸ਼੍ਰੀ ਚੰਦ ਜੀ ਦਾ ਇੱਕ ਮੰਦਿਰ ਬਣਿਆ ਹੋਇਆ, ਉਹ ਵੀ ਦਿਖਾਓ। ਇਹ ਦੇਖੋ ਪੁਰਾਣਾ ਦਰੱਖਤ ਹੈ, ਬਹੁਤ ਹੀ ਪੁਰਾਣਾ, ਬਹੁਤ ਹੀ ਭਾਰੀ, ਜਿਸ ਦੇ ਬਾਰੇ ਭਾਵੇਂ ਵਣ ਵਰਗਾ ਹੈਗਾ ਜਾਂ, ਪਰ ਇਹ ਹੈ ਪਤਾ ਨਹੀਂ ਕਿਸ ਨਾਂ ਦੇ ਉੱਤੇ ਇਸ ਨੂੰ ਬੁਲਾਇਆ ਜਾਂਦਾ ਹੋਊਗਾ। ਇਹ ਹੈ ਪੁਰਾਣਾ ਉਹ ਜੰਗਲ ਦਾ ਉਹ ਹਿੱਸਾ ਜਿੱਥੇ ਦਰੱਖਤ ਬਹੁਤ ਸਾਰੇ ਮੌਜੂਦ ਨੇ। ਭਾਵੇਂ ਹੁਣ ਇਹਨਾਂ ਦੇ ਵਿੱਚ ਨਵੇਂ ਦਰੱਖਤ ਵੀ ਲਾ ਦਿੱਤੇ ਗਏ ਹਨ, ਪਰ ਇਹ ਜੋ ਪੁਰਾਣੇ ਦਰੱਖਤ ਸਨ ਜਾਂ ਪੁਰਾਣੇ ਸਮੇਂ ਸਨ, ਇਹਨਾਂ ਦੇ ਉੱਤੇ ਮੋਰ, ਹੋਰ ਆਪਣੇ ਹਨੂੰਮਾਨ ਦੇਵਤਾ ਦੇ ਵਾਰਸ ਬੜੀ ਭਾਰੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੋਇਆ ਕਰਦੇ ਸਨ। ਹੋਰ ਬਹੁਤ ਕਿਸਮ ਦੇ, ਨਵੀਂ ਕਿਸਮ ਦੇ ਪੰਛੀ ਇੱਥੇ ਆਲ੍ਹਣੇ ਬਣਾਇਆ ਕਰਦੇ ਸਨ, ਔਰ ਮੋਰਾਂ ਦੀਆਂ ਭਾਰੀ ਝੁੰਡ ਇੱਥੇ ਹੋਇਆ ਕਰਦੇ ਸਨ। ਭਾਵੇਂ ਵਰਤਮਾਨ ਸਮੇਂ ਉਹ ਨਹੀਂ ਰਹੇ। ਔਰ ਇਹ ਦੂਸਰੇ ਪਾਸੇ ਗੁਰੂ ਕਾ ਲੰਗਰ ਮੌਜੂਦ ਦੇਖ ਰਹੇ ਹੋ, ਔਰ ਇਸ ਦੇ ਵਾਸਤੇ ਜੋ ਪ੍ਰਬੰਧ ਕੀਤਾ ਗਿਆ ਹੈ, ਉੱਪਰ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਰਹੇ ਹੋ, ਜੋ ਕਿ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਬਣਾਈ ਗਈ ਹੈ, ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈਗਾ। ਇਹ ਗੁਰੂ ਕੇ ਲੰਗਰ ਵਾਸਤੇ ਪੱਟੀਆਂ ਹੋਈਆਂ ਉਹ ਵੱਡੀਆਂ ਚੁਰਾਂ, ਵੱਡੇ ਚੁੱਲ੍ਹੇ ਬਣਾਏ ਗਏ ਹਨ, ਜਿੱਥੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ। ਜਦੋਂ ਵੀ ਕਿਤੇ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਇਤਿਹਾਸਕ ਹਰ ਸਾਲ ਜੋ ਮੇਲਾ ਮਨਾਇਆ ਜਾਂਦਾ ਹੈ, ਔਰ ਇਹ ਸਾਰਾ ਗੁਰੂ ਕਾ ਲੰਗਰ ਦਾ ਸਥਾਨ ਹੈ, ਜਿਹੜਾ ਕਿ ਆਸੇ-ਪਾਸੇ ਜੰਗਲ ਦੇ ਵਿੱਚ ਘਿਰਿਆ ਹੋਇਆ। ਔਰ ਇਸ ਇਲਾਕੇ ਦੇ ਵਿੱਚ ਆ ਜੋ ਬੋਹੜ ਨੇਗੇ, ਭਾਵੇਂ ਇਹ ਬਹੁਤੇ ਪੁਰਾਣੇ ਨਹੀਂ ਹੋਣਗੇ, ਪਰ ਇਹ ਬੜੀ ਭਾਰੀ ਗਿਣਤੀ ਦੇ ਵਿੱਚ ਹਨ। ਪਰ ਇਸ ਤੋਂ ਤੁਹਾਨੂੰ ਫਿਰ ਬਾਅਦ ਦੇ ਵਿੱਚ ਦਿਖਾਵਾਂਗੇ ਜਿੱਥੇ ਭਾਰੀ ਦਰੱਖਤ ਵੀ ਮੌਜੂਦ ਨੇ ਹਜ਼ਾਰਾਂ ਸਾਲ ਪੁਰਾਣੇ, ਪਰ ਇਹ ਵੀ ਬੋਹੜ ਦੇ ਕਈ ਕਿਸਮ ਦੇ, ਪਿੱਪਲ ਦੇ ਕਈ ਕਿਸਮ ਦੇ ਦਰੱਖਤ ਨੇ ਇਹ। ਔਰ ਇਸ ਸਥਾਨ ਦੇ ਪਿਛਲੇ ਪਾਸੇ ਥਾਂ ਬਣਿਆ ਹੋਇਆ ਜਿੱਥੇ ਕਿ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਇਸ ਥਾਂ ਦੇ ਉੱਤੇ ਇਹ ਥਾਂ ਬਣਿਆ ਹੋਇਆ ਹੈ। ਔਰ ਇਸ ਤੋਂ ਬਿਨਾਂ ਵੀ ਇੱਕ ਹੋਰ ਥਾਂ ਬਣਿਆ ਹੋਇਆ ਜਿੱਥੇ ਇਸ ਤਰ੍ਹਾਂ ਦੀਵਾਨ ਸਜਾਏ ਜਾਂਦੇ ਹਨ, ਪਰ ਇਹ ਕੁਦਰਤੀ ਵਾਤਾਵਰਣ ਦੇ ਵਿੱਚ ਇਹ ਥਾਂ ਬਹੁਤ ਹੀ ਸੁਹਾਵਣਾ ਹੈ। ਇਹ ਹੈ ਜੰਗਲ ਦਾ ਦੂਸਰਾ ਹਿੱਸਾ ਜੋ ਬੜਾ ਭਾਰੀ ਸੀ, ਪਰ ਇਸ ਸਮੇਂ ਭਾਵੇਂ ਇੱਥੇ ਬਹੁਤ ਸਾਰੇ ਨਵੇਂ ਦਰੱਖਤ ਉੱਗ ਆਏ ਨੇ ਕਿ ਪੁਰਾਣੇ ਕੱਟ ਦਿੱਤੇ ਗਏ ਸਨ, ਪਰ ਦੁਬਾਰਾ ਫਿਰ ਇੱਥੇ ਲਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਹੈਗੀ। ਔਰ ਇੱਥੇ ਵੀ ਪੰਛੀਆਂ ਦਾ ਬੜਾ ਭਾਰੀ ਜਮਾਵੜਾ ਹੁੰਦਾ ਸੀ, ਮੋਰਾਂ ਦਾ ਜਾਂ ਹੋਰ ਘੁੱਗੀਆਂ, ਕਾਵਾਂ ਦਾ। ਇਹ ਨਵੀਆਂ ਇਮਾਰਤਾਂ ਜਾਂ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਪੁਰਾਤਨ ਇਮਾਰਤ ਹੈ, ਔਰ ਆਹ ਸਾਹਮਣੇ ਨਵਾਂ ਗੁਰੂ ਘਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਇਸ ਥਾਂ ਦੇ ਉੱਤੇ, ਜੋ ਵਿਸ਼ਾਲ ਇਮਾਰਤ ਹੈ।
ਔਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ ਔਰ ਰੋਜ਼ਾਨਾ ਇੱਥੇ ਜੋ ਵੀ ਸਵੇਰ ਦੇ ਅਤੇ ਸ਼ਾਮ ਦੇ ਸਮਾਗਮ ਕੀਤੇ ਜਾਂਦੇ ਹਨ। ਔਰ ਜੋ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ, ਇਹ ਸੰਤ ਅਮਰ ਪ੍ਰਕਾਸ਼ ਜੀ ਜੋਗੇ ਵਾਲੇ, ਉਹਨਾਂ ਦੇ ਵੱਲੋਂ ਸੇਵਾ ਕਰਵਾਈ ਗਈ ਸੀ। ਜੋ ਤੁਸੀਂ ਦੇਖ ਰਹੇ ਹੋ 5/3/1968 ਨੂੰ ਇਹਦੇ ਉੱਤੇ ਡੇਟ ਲਿਖੀ ਹੋਈ ਹੈ ਔਰ ਇਹ ਉਸ ਤੋਂ ਪਹਿਲਾਂ ਦੇ ਇੱਥੇ ਸੇਵਾ ਕਰਦੇ ਆ ਰਹੇ ਸਨ, ਜੋ ਕਿ ਇਹ ਇਮਾਰਤਾਂ ਉਦੋਂ ਮੁਕੰਮਲ ਹੋਈਆਂ, ਜਿਸ ਦੇ ਨਾਲ ਹੀ ਨਵਾਂ ਲੰਗਰ ਹਾਲ ਬਣਾਇਆ ਗਿਆ। ਪਰ ਕਿਸੇ ਸਮੇਂ ਇਹ ਪੁਰਾਤਨ ਇਮਾਰਤਾਂ ਲੰਗਰ ਵਾਸਤੇ ਵਰਤੀਆਂ ਜਾਂਦੀਆਂ ਸਨ ਔਰ ਇੱਥੇ ਆ ਕੇ ਸੰਤ ਫਕੀਰ ਠਹਿਰਿਆ ਕਰਦੇ ਸਨ। ਔਰ ਇਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਜੋ ਹੁਣ ਬਣਾਇਆ ਗਿਆ ਹੈ। ਔਰ ਇੱਧਰ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ, ਜੋ ਤੁਹਾਨੂੰ ਉੱਪਰ ਚੱਲ ਕੇ ਵੀ ਦਿਖਾਵਾਂਗੇ, ਇਹ ਹੈ ਇੱਕ ਸੰਤ ਸ਼੍ਰੀ ਚੰਦ ਜੀ, ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜੀ, ਉਹਨਾਂ ਦੇ ਨਾਂ ਦੇ ਉੱਤੇ ਇੱਥੇ ਇੱਕ ਬੁਲੰਦ ਬਣਾਈ ਗਈ ਹੈ। ਇਹ ਬਾਬਾ ਨਾਨਕ ਦੇ ਸਪੁੱਤਰ ਸ਼੍ਰੀ ਚੰਦ ਜੀ ਦੇ ਜੋ ਉੱਪਰ ਉਹਨਾਂ ਦੀ ਪ੍ਰਤਿਮਾ ਲੱਗੀ ਹੋਈ ਹੈ, ਉਹਨਾਂ ਦੀ ਤਸਵੀਰ ਲੱਗੀ ਹੋਈ ਹੈਗੀ। ਔਰ ਇਹ ਉੱਪਰ ਜੋ ਬੁਲੰਦ ਬਣੀ ਹੋਈ ਹੈ, ਜਿੱਥੇ ਆ ਕੇ ਲੋਕ ਸਿਰ ਝੁਕਾਉਂਦੇ ਨੇ ਔਰ ਗੁਰੂ ਨਾਨਕ ਜੀ ਦੇਵ ਜੀ ਨੂੰ ਯਾਦ ਕਰਦੇ ਨੇ। ਇਹ ਤੁਹਾਨੂੰ ਅਸੀਂ ਉੱਪਰ ਲੈ ਕੇ ਆਏ ਹਾਂ ਔਰ ਉੱਪਰੋਂ ਦ੍ਰਿਸ਼ ਵੀ ਦਿਖਾਵਾਂਗੇ ਸਾਰੇ ਇਸ ਇਲਾਕੇ ਦਾ। ਇਹ ਦੇਖ ਰਹੇ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਜੋ ਮੂਰਤੀ ਸਥਾਪਿਤ ਕੀਤੀ ਗਈ ਹੈ। ਔਰ ਇਹ ਸਰਬ ਸਾਂਝਾ ਸਥਾਨ ਹੈ, ਇੱਥੇ ਹਿੰਦੂ, ਸਿੱਖ, ਮੁਸਲਮਾਨ ਸਭ ਇਲਾਕੇ ਦੇ ਲੋਕ ਇਸ ਦੇ ਪ੍ਰਤੀ ਸ਼ਰਧਾ ਰੱਖਦੇ ਹਨ। ਇਹ ਦੇਖ ਰਹੇ ਹੋ ਤੁਸੀਂ ਦੂਸਰੀਆਂ ਇਮਾਰਤਾਂ ਦਾ ਇਸ ਉੱਪਰ ਬੁਲੰਦ ਦੇ ਉੱਤੋਂ ਦ੍ਰਿਸ਼, ਬੜਾ ਹੀ ਸੁਹਾਵਣਾ, ਜੰਗਲ ਦੇ ਵਿੱਚ ਘਿਰਿਆ ਹੋਇਆ ਬਹੁਤ ਹੀ ਪੁਰਾਤਨ ਦਰਖਤ, ਕੁਦਰਤੀ ਵਾਤਾਵਰਣ, ਸ਼ਾਂਤ ਵਾਤਾਵਰਣ, ਜਿੱਥੇ ਆ ਕੇ ਸਕੂਨ ਮਿਲਦਾ ਹੈ। ਔਰ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਹਜ਼ਾਰਾਂ ਸਾਲ ਪੁਰਾਣੇ ਬੋਹੜ ਦੇ ਦਰਖਤ ਜੋ ਮੌਜੂਦ ਨੇ, ਜਿਨ੍ਹਾਂ ਨੂੰ ਥੱਲੇ ਜਾ ਕੇ ਵੀ ਅਸੀਂ ਦਿਖਾਵਾਂਗੇ ਨਜ਼ਦੀਕ ਤੋਂ ਕਿ ਉਹਨਾਂ ਦੇ ਕਿੱਡੀਆਂ ਜੜ੍ਹਾਂ ਕਿੱਡੇ ਦੂਰ ਉਹ ਫੈਲੇ ਹੋਏ ਨੇ। ਹੈਰਾਨ ਹੋ ਜਾਂਦਾ ਹੈ ਉਹਨਾਂ ਨੂੰ ਦੇਖ ਕੇ ਕਿ ਪਤਾ ਨਹੀਂ ਕਿੰਨੇ ਚਿਰ ਦੇ ਇਹ ਦਰਖਤ ਮੌਜੂਦ ਹੋਣਗੇ। ਔਰ ਇਹ ਹਨ ਪੁਰਾਤਨ ਦਰਖਤ ਜੋ ਬਣਦਾ ਇੱਥੇ ਗੁਰੂ ਕੇ ਹਾਲ ਲੰਗਰ ਦੇ ਨਜ਼ਦੀਕ ਹੈ। ਹਰਾ ਭਰਾ ਇਸ ਵਕਤ ਇਸ ਦੇ ਸਾਹਮਣੇ ਹੀ ਦੂਸਰੇ ਦਰਖਤ ਤੁਹਾਨੂੰ ਦਿਖਾਈ ਦੇ ਰਹੇ ਨੇ। ਔਰ ਇਹ ਇੱਕ ਪੁਰਾਣਾ ਬੋਹੜ ਦਾ ਦਰਖਤ ਹੈ, ਜਿਸ ਦੀਆਂ ਸੈਂਕੜੇ ਜੜ੍ਹਾਂ ਉਸ ਦੀਆਂ ਅੱਗੇ ਫੈਲੀਆਂ ਹੋਈਆਂ ਨੇਗੀਆਂ। ਪਰ ਇਸ ਤੋਂ ਵੀ ਤੁਹਾਨੂੰ ਅੱਗੇ ਹੋਰ ਪੁਰਾਣੇ ਦਰਖਤ ਦਿਖਾਵਾਂਗੇ। ਇੱਥੇ 3 ਸਮਾਧਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚ ਪਹਿਲੀ ਸਮਾਧ ਹੈ ਜੋ 5 ਪਾਂਡਵਾਂ ਦੀ ਬਣਾਈ ਗਈ ਹੈਗੀ, ਜਿਸ ਦੇ ਵਿੱਚ ਉਹਨਾਂ ਦੇ 5 ਦੇ ਨਾਂ ਦੇ ਉੱਤੇ ਤੁਸੀਂ ਅੰਦਰ ਦੇਖੋਗੇ ਜੋ ਉਹਨਾਂ ਦੇ ਵੱਖੋ ਵੱਖਰੇ ਬਣਾਏ ਗਏ ਨੇ ਛੋਟੇ ਗੁੰਬਦ, ਜਿੱਥੇ ਮੱਥਾ ਟੇਕਦੇ ਨੇ ਲੋਕ। ਔਰ ਇਸ ਤੋਂ ਅਗਲੀ ਸਮਾਧ ਤੁਹਾਨੂੰ ਦਿਖਾਉਂਦੇ ਹਾਂ। ਇਹ ਸੰਤ ਅਮਰ ਪ੍ਰਕਾਸ਼ ਜੀ ਨੇ, ਜਿਨ੍ਹਾਂ ਨੇ ਇੱਥੇ ਸਾਰੀ ਕਾਰ ਸੇਵਾ ਸਭ ਤੋਂ ਪਹਿਲਾਂ ਕਰਵਾਈ ਸੀ ਔਰ ਆਪਣੀ ਸਾਰੀ ਜ਼ਿੰਦਗੀ ਇਸ ਥਾਂ ਦੇ ਉੱਤੇ ਬਤੀਤ ਕੀਤੀ। ਔਰ ਇਹ ਉਹਨਾਂ ਦੀ ਬਾਅਦ ਦੇ ਵਿੱਚ ਜੋ ਅੰਗੀਠਾ ਸਾਹਿਬ ਸੀ, ਉਹਨਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਸੀਗਾ। ਔਰ ਇਹ ਸਮਾਧ ਉਹਨਾਂ ਦੀ ਸੰਤ ਅਮਰ ਪ੍ਰਕਾਸ਼ ਜੀ। ਔਰ ਉਸ ਤੋਂ ਅੱਗੇ ਹੈ ਇੱਕ ਸੰਤ ਬਾਬਾ ਦਿਆਲ ਦਾਸ ਜੀ, ਜਿਹੜੇ ਉਹਨਾਂ ਤੋਂ ਬਾਅਦ ਇੱਥੇ ਲੰਬਾ ਸਮਾਂ ਸੇਵਾ ਕਰਦੇ ਰਹੇ, ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ। ਇੱਕ ਵਿਰਕਤ ਸਾਧੂ ਸਨ, ਅਵਧੂਤ ਸਾਧੂ ਸਨ, ਔਰ ਉਹ ਵੀ ਇਸ ਸਥਾਨ ਦੇ ਉੱਤੇ ਲੰਬਾ ਸਮਾਂ ਔਰ ਆਪਣੀ ਮੌਤ ਤੱਕ ਇੱਥੇ ਰਹੇ। ਇਹ ਉਹਨਾਂ ਦੀ ਸਮਾਧ ਹੈ, ਜਿਸ ਨੂੰ ਜੋ ਵੀ ਜਾਣ ਪਛਾਣ ਵਾਲੇ ਸਾਰੇ ਇੱਥੇ ਸਿਰ ਝੁਕਾਉਣ ਆਉਂਦੇ ਨੇਗੇ, ਜੋ ਵੀ ਇੱਥੋਂ ਦੇ ਮੰਨਣ ਵਾਲੇ ਨੇ। ਇਹ ਨੇ ਹਜ਼ਾਰਾਂ ਸਾਲ ਪੁਰਾਣੇ ਬੋਹੜ ਦੇ ਦਰਖਤ, ਜੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵਧੇ ਹੋਏ ਨੇਗੇ। ਆਪਸ ਦੇ ਵਿੱਚੋਂ ਇਹਨਾਂ ਦੀ ਜੜ੍ਹਾਂ ਅੱਗੇ ਵਧੀਆਂ। ਔਰ ਆ ਇਹਨਾਂ ਦਾ ਸਾਰਿਆਂ ਤੋਂ ਵੱਡਾ ਪੁਰਾਣਾ ਦਰਖਤ ਹੈ, ਜਿਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ। ਔਰ ਕਿਸ ਤਰ੍ਹਾਂ ਉੱਤੇ 40-40 ਫੁੱਟ ਉੱਪਰੋਂ ਜਿਹੜੀਆਂ ਇਸ ਦੀਆਂ ਜੜ੍ਹਾਂ ਥੱਲੇ ਨੂੰ ਆਈਆਂ ਔਰ ਥੱਲੇ ਦੁਬਾਰਾ ਧਰਤੀ ਵਿੱਚ ਲੱਗ ਚੁੱਕੀਆਂ ਨੇਗੀਆਂ। ਔਰ ਉਸ ਤੋਂ ਅੱਗੇ ਇਹਦਾ ਵਿਕਾਸ ਹੁੰਦਾ ਤੁਰਿਆ ਜਾਂਦਾ ਹੈ। ਭਾਵੇਂ ਪੰਜਾਬ ਦਾ ਵਾਤਾਵਰਣ ਦਰਖਤਾਂ ਪ੍ਰਤੀ ਵਧੀਆ ਨਹੀਂ ਰਿਹਾ, ਜਿਸ ਕਾਰਨ ਇਹਨਾਂ ਦੇ ਉੱਤੇ ਸ਼ਾਇਦ ਥੋੜ੍ਹੀ ਇਹਨਾਂ ਦੇ ਵਿੱਚ ਘਾਟ ਆ ਰਹੀ ਹੈਗੀ ਵਧਣ ਫੁੱਲਣ ਦੇ ਵਿੱਚ, ਪਰ ਫਿਰ ਵੀ ਇਹ ਪੁਰਾਤਨ ਦਰਖਤ ਆਪਣੀ ਦਿੱਖ ਆਪ ਦੱਸਦੇ ਹਨ ਬੋਲ ਕੇ ਕਿ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਇਹਨਾਂ ਦਰਖਤਾਂ ਦਾ ਇੱਕ ਵਿਕਾਸ ਹੁੰਦਾ ਤੁਰਿਆ ਜਾਂਦਾ ਹੈਗਾ। ਔਰ ਇਹ ਦੂਸਰੇ ਦਰਖਤ ਤੁਸੀਂ ਸਾਹਮਣੇ ਦੇਖੋਗੇ, ਇਹ ਵੀ ਪੁਰਾਤਨ ਨੇਗੇ, ਜਿਹੜੇ ਕਿ ਇਸ ਤਰ੍ਹਾਂ ਵਧੀ ਜਾ ਰਹੇ ਨੇ ਲਗਾਤਾਰ। ਅਤੇ ਇਹ ਪੰਜਾਬ ਦੇ ਵਿੱਚ ਸ਼ਾਇਦ ਵਿਲੱਖਣ ਥਾਂ ਹੈ, ਜਿੱਥੇ ਇਸ ਤਰ੍ਹਾਂ ਦੇ ਇੰਨੇ ਪੁਰਾਣੇ ਸਮੇਂ ਦੇ ਕੋਈ ਇਸ ਤਰ੍ਹਾਂ ਦੇ ਬਾਬਾ ਬੋਹੜ, ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈਗਾ, ਮੌਜੂਦ ਨੇ। ਔਰ ਇਹ ਅੱਜ ਵੀ ਆਪਣੀ ਵਿਲੱਖਣ ਪਛਾਣ ਰੱਖਦੇ ਹਨ। ਔਰ ਇਹ ਇੱਕ ਹੋਰ ਸਥਾਨ ਹੈ, ਜਿੱਥੇ ਕਿ ਹਰ ਸਾਲ ਜਦੋਂ ਮੇਲਾ ਲੱਗਦਾ ਹੈ ਜਾਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਤਾਂ ਇੱਥੇ ਦੀਵਾਨ ਸਜਾਏ ਜਾਂਦੇ ਹਨ, ਕਵੀਸ਼ਰ ਲੱਗਦੇ ਹਨ।
ਔਰ ਇਲਾਕੇ ਦੇ ਕੋਈ ਲੋਕ ਜੋ ਇੱਥੇ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਇੱਥੇ ਵਿਰਾਜਮਾਨ ਹੁੰਦੀ ਹੈ। ਔਰ ਇਹ ਸਾਰਾ ਤੁਸੀਂ ਦ੍ਰਿਸ਼ ਦੇਖ ਰਹੇ ਹੋ, ਉਹ ਮਹਾਨ ਅਸਥਾਨ ਪਾਂਡਵਾਂ ਨਾਲ ਸੰਬੰਧਿਤ, ਜਿਹੜਾ ਕਿ ਹਜ਼ਾਰਾਂ ਸਾਲ ਪਹਿਲਾਂ ਇੱਥੇ ਕਿਤੇ ਰਿਹਾਇਸ਼ ਉਹਨਾਂ ਨੇ ਕੀਤੀ ਸੀ 1 ਸਾਲ ਦੇ ਲਈ, ਔਰ ਜਿੱਥੇ ਚੇਤ ਦੀ 14 ਨੂੰ ਇਹ ਮੇਲਾ ਲੱਗਦਾ ਹੈਗਾ, ਔਰ ਉੱਥੇ ਹਜ਼ਾਰਾਂ ਲੋਕ ਇਸ ਮੇਲੇ ਦੇ ਉੱਤੇ ਆਉਂਦੇ ਹਨ। ਭਾਵੇਂ ਵਰਤਮਾਨ ਸਮੇਂ ਚੀਜ਼ਾਂ ਘਟ ਰਹੀਆਂ ਹਨ, ਪਰ ਪੁਰਾਤਨ ਸਮੇਂ ਸਮੁੱਚੇ ਇਲਾਕੇ ਹੀ ਨਹੀਂ, ਦੂਰ ਦੂਰ ਤੋਂ ਲੋਕ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਇਸ ਮੇਲੇ ਦੇ ਸਮੇਂ 'ਤੇ ਮਿਲਣ ਆਇਆ ਕਰਦੇ ਸਨ ਔਰ ਇਸ ਮੇਲੇ ਦਾ ਆਨੰਦ ਮਾਣਿਆ ਕਰਦੇ ਸਨ, ਜਿੱਥੇ ਕੁਸ਼ਤੀਆਂ ਅਤੇ ਹੋਰ ਵੱਡੇ ਵੱਡੇ ਪ੍ਰੋਗਰਾਮ, ਕੋਈ ਅਖਾੜੇ ਸੱਜਦੇ ਸਨ। ਔਰ ਅੱਜ ਵੀ ਇਹ ਤੀਰਥ ਸਥਾਨ ਆਪਣੀ ਮਹੱਤਤਾ ਬਰਕਰਾਰ ਰੱਖਿਆ ਹੋਇਆ ਹੈ, ਜਿੱਥੇ ਕਿ ਇਲਾਕੇ ਦੇ ਲੋਕ ਇਸ ਦੇ ਦਰਸ਼ਨ ਕਰਨ ਆਉਂਦੇ ਹਨ ਔਰ ਇਸ ਨੂੰ ਮਹਾਨ ਤੀਰਥ ਸਥਾਨਾਂ ਦੇ ਵਿੱਚ ਮੰਨਿਆ ਜਾਂਦਾ ਹੈ, ਜਿਸ ਦਾ ਨਾਂ ਹੈ ਪੁਲਾੜਾ ਸਾਹਿਬ ਵਰਤਮਾਨ ਸਮੇਂ, ਪਰ ਪੁਰਾਣੇ ਸਮੇਂ ਇਹਨੂੰ ਪੀਂਗ ਪੁਲਾੜਾ ਵੀ ਕਿਹਾ ਜਾਂਦਾ ਸੀ। ਔਰ ਇਹ ਸਥਾਨ ਹੈ ਇਤਿਹਾਸਕ ਪੰਜਾਬ ਦਾ, ਜਿਸ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ। ਇਸ ਸਥਾਨ ਦੇ ਉੱਤੇ ਇਹ ਖੂਹ ਹੈ ਪੁਰਾਤਨ, ਜਿਸ ਦੀ ਪਾਸੇ ਇਸ ਦੀ ਚਾਰਦੀਵਾਰੀ ਕੀਤੀ ਗਈ ਹੈਗੀ, ਪਰ ਇਹ ਖੂਹ ਪੁਰਾਤਨ ਹੈ। ਇਤਿਹਾਸਕ ਤਾਂ ਚਲੋ ਸ਼ਾਇਦ ਨਹੀਂ ਕਹਿ ਸਕਦੇ, ਪਰ ਇਹ ਸੈਂਕੜੇ ਸਾਲ ਪੁਰਾਣਾ ਹੈਗਾ। ਔਰ ਇਸ ਦੇ ਵਿੱਚ ਵੀ ਲੋਕ ਸ਼ਰਧਾ ਦੇ ਨਾਲ ਇੱਥੇ ਆਪਣੀਆਂ ਸੁੱਖਾਂ ਕਾਮਨਾਵਾਂ ਇੱਥੇ ਵੀ ਮੰਗਦੇ ਨੇ। ਜੇ ਦੇਖੋ, ਪੁਰਾਣੀ ਇੱਟ ਦਾ, ਬਰੀਕ ਇੱਟ ਦਾ ਇਹ ਬਣਿਆ ਹੋਇਆ ਹੈਗਾ, ਔਰ ਇਸ ਦੇ ਵਿੱਚ ਲੋਕ ਆਪਣੇ ਸੁੱਖਾਂ ਸੁੱਖਣ ਦੇ ਲਈ ਪੈਸਾ ਕੁਝ ਸਿੱਟ ਜਾਣ, ਪਾ ਜਾਣਾ। ਪਰ ਇਸ ਦੇ ਵਿੱਚ ਪਾਣੀ ਇਸ ਵਕਤ ਨਹੀਂ ਦਿਖਾਈ ਦੇ ਰਿਹਾ, ਸੁੱਕਾ ਹੈਗਾ, ਪਰ ਇਹ ਹੈ ਪੁਰਾਤਨ ਇੱਟ ਦਾ ਬਣਿਆ ਹੋਇਆ, ਛੋਟੀ ਇੱਟ ਦਾ ਬਣਿਆ ਹੋਇਆ। ਹੁਣ ਤੁਹਾਨੂੰ ਦਿਖਾ ਰਹੇ ਹਾਂ ਉਹ ਥਾਂ ਜਿੱਥੇ ਪੁਰਾਤਨ ਸਮੇਂ ਇਮਾਰਤਾਂ ਬਣੀਆਂ ਹੁੰਦੀਆਂ ਸਨ, ਭਾਵੇਂ ਉਹ ਕੱਚੀਆਂ ਸਨ, ਮਿੱਟੀ ਦੀਆਂ ਬਣੀਆਂ ਹੋਈਆਂ ਸਨ, ਪਰ ਇਹਨਾਂ ਸਥਾਨਾਂ ਦੇ ਉੱਤੇ ਇੱਕ ਥਾਂ ਹਲੇ ਵੀ ਬਚੀ ਹੋਈ ਹੈ, ਜਿਸ ਦੇ ਬਾਰੇ ਕਿਹਾ ਜਾਂਦਾ ਕਿ ਇਹ ਇੱਕ ਛੋਟਾ ਤਲਾਅ ਹੈ, ਜਿੱਥੇ ਕਿ ਮੰਨਿਆ ਜਾਂਦਾ ਕਿ ਦ੍ਰੋਪਦੀ ਇਸ ਸਥਾਨ ਦੇ ਉੱਤੇ ਇਸ਼ਨਾਨ ਕਰਿਆ ਕਰਦੀ ਸੀ। ਔਰ ਇਸ ਨੂੰ ਵਰਤਮਾਨ ਸਮੇਂ ਭਾਵੇਂ ਨਵੀਆਂ ਇੱਟਾਂ ਦੇ ਨਾਲ ਲਾ ਦਿੱਤਾ ਗਿਆ ਹੈ, ਪਰ ਇਹ ਉਹ ਸਥਾਨ ਹੈ ਜਿੱਥੇ ਇਹ ਮੰਨਿਆ ਜਾਂਦਾ ਕਿ ਇੱਥੇ ਦ੍ਰੋਪਦੀ ਆਪਣੇ ਇਸ਼ਨਾਨ ਦੇ ਲਈ, ਜਾਂ ਪਾਂਡਵ ਇਸ ਨੂੰ ਆਪਣੇ ਇਸ਼ਨਾਨ ਦੇ ਲਈ ਵਰਤਿਆ ਕਰਦੇ ਸਨ। ਬਹੁਤ ਛੋਟਾ ਜਿਹਾ ਤਲਾਅ, ਔਰ ਇੱਥੇ ਕੱਚੀਆਂ ਇਮਾਰਤਾਂ ਜੋ ਢਹਿ ਚੁੱਕੀਆਂ ਨੇਗੀਆਂ। ਔਰ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇਸ ਵਿਲੱਖਣ ਸਥਾਨ ਦੇ ਉੱਤੇ ਪੰਜਾਬ ਦੇ ਮਸ਼ਹੂਰ ਚੈਨਲ ਗੱਲ ਪੰਜਾਬ ਦੀ ਤਰਫੋਂ। ਔਰ ਤੁਸੀਂ ਇਸ ਸਥਾਨ ਨੂੰ ਜੇ ਗੂਗਲ ਦੇ ਉੱਤੇ ਸਰਚ ਕਰਨਾ ਚਾਹੋ, ਗੂਗਲ ਮੈਪ ਦੇ ਉੱਤੇ ਸਰਚ ਕਰਨਾ ਚਾਹੋ, ਤਾਂ ਡੇਰਾ ਪੁਲਾੜਾ ਸਾਹਿਬ ਦੇ ਨਾਂ ਨਾਲ ਤੁਸੀਂ ਇਸ ਥਾਂ ਨੂੰ ਸਰਚ ਕਰ ਸਕਦੇ ਹੋ। ਡੇਰਾ ਬਾਬਾ ਪੀਰ ਪੁਲਾੜਾ ਇਹ ਹੈ ਜੋਗਾ, ਮਾਨਸਾ, ਬਰਨਾਲਾ ਏਰੀਏ ਦੇ ਵਿੱਚ ਕਦੇ ਵੀ ਆਵੋ ਤਾਂ ਇਸ ਸਥਾਨ ਨੂੰ ਤੁਸੀਂ ਸਰਚ ਕਰਿਓ, ਤੁਹਾਨੂੰ ਇੱਥੇ ਲੈ ਆਊਗਾ। ਔਰ ਤੁਸੀਂ ਇੱਥੇ ਇੱਕ ਪੰਜਾਬ ਦੀ ਵਿਲੱਖਣ ਥਾਂ ਦੇਖੋਗੇ, ਜਿੱਥੇ ਹਰੇ ਵੀ ਹਰੇਵਾਈ ਜੰਗਲ ਔਰ ਪੁਰਾਤਨ ਨਿਸ਼ਾਨੀਆਂ ਉਸ ਸਮੇਂ ਦੀਆਂ ਮੌਜੂਦ ਹਨ। ਔਰ ਤੁਸੀਂ ਸਾਨੂੰ ਇਸ ਬਾਰੇ ਰਾਏ ਜ਼ਰੂਰ ਦੇਣਾ ਆਪਣਾ ਕਮੈਂਟ ਕਰਕੇ ਕਿ ਤੁਹਾਨੂੰ ਇਸ ਸਥਾਨ ਬਾਰੇ ਜਾਣਕਾਰੀ ਕਿਹੋ ਜਿਹੀ ਲੱਗੀ, ਔਰ ਆਪਣੇ ਸੁਝਾਅ ਦੇਣਾ ਤਾਂ ਕਿ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਵਾਲੀਆਂ ਥਾਵਾਂ ਦਿਖਾ ਸਕੀਏ, ਪੰਜਾਬ ਦਾ ਇਤਿਹਾਸਕ ਵਿਰਸਾ ਦਿਖਾ ਸਕੀਏ। ਸੋ ਅੱਜ ਦੀ ਸਾਡੀ ਇਸ ਵੀਡੀਓ ਦੇ ਬਾਰੇ ਤੁਹਾਡੇ ਵਿਚਾਰ ਅਸੀਂ ਉਡੀਕ ਕਰਾਂਗੇ ਗੱਲ ਪੰਜਾਬ ਦੀ ਚੈਨਲ ਦੇ ਉੱਤੇ। ਔਰ ਇਹ ਤੁਸੀਂ ਫਿਰ ਦੇਖੋ ਚਾਰ ਚੁਫੇਰਾ ਇਸ ਥਾਂ ਦਾ। ਤੁਹਾਡਾ ਸਭ ਦਾ ਧੰਨਵਾਦ ਦੇਖਣ ਲਈ।